ਸੈਂਸੋਵਾਲ ਤਹਿਸੀਲ ਨੰਗਲ ਡਿਸਟ੍ਰਿਕਟ ਰੋਪੜ। ਸੈਂਸੋਵਾਲ ਦੇ ਵਿੱਚ ਇਹਨਾਂ ਦੀ ਸੈਂਕਸ਼ਨਡ ਡੀਸਿਲਟਿੰਗ पर उत्थे ऑलरेडी ये एग्जॉस्टेड और ओवर एक्सप्लॉइटेड माइन साइट। सो ये जिहड़े क्लेम सीगे सरकार के भी इत्थे कोई गलत नहीं हो रहा, असीं सही माइनिंग कर रहे हैं या पानी के ऊपर कर रहे हैं, असीं वो इन्हां नूं सिर्फ एक शीशा दिखाना चाहते सी कि ये सारा कुछ गलत हो रहा है। क्या साडे इलाके ने सारे पंजाब का ठेका ले लिया? इस छोटा जिहा जिहड़ा साडा एरिया है इस दे विच ये भी तो देखो इहदी कैपेसिटी कितनी है। माइनिंग देखो जी सैंसोवाल विच हो रही, जिथे कि पहले 30 फुट पट होया, 5-6 फुट वो कहते होर पट्टना। तरफ मजारी विच हो रही है, वो भी सेम कंडीशन है। तो असी प्रशासन नूं भी होर भी बहुत बरबली कह कह थक गए, कोई साडी सुनाई। वो कहते जी होएगा जो होना होना ही है। सानू वायदा इलेक्शन तो पहला भी वायदा किया था कि जी माइनिंग बिल्कुल नहीं होगी, थानू कोई फिक्र करने की लोड़ नहीं। वो तो बाद असीं 1-2 बारी टाइम मंगिया, हो सकता उन्होंने कोई रजेमे होण, सानू टाइम नहीं मिलिया। उस तो बाद ਜਦੋਂ बिना पॉलिसी तो माइनिंग शुरू होगी तो सारे इलाके के लोगों के विच एक रोस सीगा। सारे ने अज बेला रामगढ़ दे विच रतवाड़ा साहब आके मीटिंग की, जिहदे विच रोस भी सरकार के खिलाफ जिहड़ा है रोस किया। ਅਸੀਂ ਸਾਰੇ ਇਸੇ ਪਰੇਸ਼ਾਨੀ ਦੇ ਇਕੱਠੇ ਹੋਏ ਆ ਜੀ ਵੀ ਜਿਹੜਾ ਮਾਈਨਿੰਗ ਨਜਾਇਜ਼ ਮਾਈਨਿੰਗ ਕਾਫੀ ਦੇਰ ਤੋਂ ਸਰਕਾਰਾਂ ਦੀ ਲੁੱਟ ਖਸੁੱਟ ਚੱਲੀ ਹੋਈ ਹੈ, ਉਹਦੇ ਸੰਬੰਧ ਵਿੱਚ ਸਾਰੇ ਜਣੇ ਇਕੱਠੇ ਹੋਏ ਸੀ। तो सर साढ़े ਜਿਹੜੀਆਂ ਜ਼ਮੀਨਾਂ ਦਾ ਪਾਣੀ है, बोरां ਦਾ ਪਾਣੀ है, वो बेहद ही थल्ले जा चुकिया। पिछले लंबे समय तो साडे इलाके में गैर कानूनी माइनिंग हो रही है जी, तो जिस तो कि साडा हर एक पिंड वासी हर पिंड बहुत परेशान है। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਮੁੱਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਜਿਸ ਦੇ ਚੱਲਦੇ ਹੋਏ ਇਲਾਕਾ ਸੰਘਰਸ਼ ਕਮੇਟੀ ਵੱਲੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਬੀਤੇ ਕੱਲ ਇਲਾਕਾ ਸੰਘਰਸ਼ ਕਮੇਟੀ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਵਿਖਾਇਆ ਗਿਆ ਸੀ ਕਿ ਕਿਵੇਂ ਨੰਗਲ ਤਹਿਸੀਲ ਦੇ ਸੈਂਸੋਵਾਲ ਵਿਖੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਤੇ ਕਿਵੇਂ ਟਿੱਪਰ ਭਰ ਕੇ ਸਤਲੁਜ ਦਰਿਆ ਦੇ ਵਿੱਚੋਂ ਨਿਕਲ ਰਹੇ ਹਨ। ਉੱਥੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਬੇਖੌਫ ਹੋ ਕੇ ਮਸ਼ੀਨਾਂ ਦੁਆਰਾ ਮਾਈਨਿੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਲਾਕਾ ਸੰਘਰਸ਼ ਕਮੇਟੀ ਦੀ ਟੀਮ ਨੂੰ ਵੇਖ ਕੇ मौके उते मशीन छड्ड के माइनिंग करने वाले मौके तो फरार जरूर हो गए ते अज माइनिंग के खिलाफ इलाके के दर्जना पिंडां दे लोग पिंड बेला रामगढ़ के गुरुद्वारा डेरा बाबा रतवाड़ा साहब विखे इकट्ठे होए अते नजायज माइनिंग के खिलाफ लामबंद करते हुए अपनी आवाज नूं बुलंद कीता। इस मौके उत्ते सतलुज दरिया के कंढे ते बसे हुए पिंडां दे वसनीकां वल्लों इलाका संघर्ष कमेटी दे नाल मोंढे दे नाल मोंढा जोड़ के खड़े होण दा करार करते हुए नजायज माइनिंग नूं बंद करन दे लई अपनी आवाज बुलंद कर दी है, जिस दे चलते हुए इलाका संघर्ष कमेटी के नाल दर्जना पिंडां दे लोकां वल्लों शुक्रवार नूं करीब 11 बजे इलाके दे विधायक ਅਤੇ ਮਾਈਨਿੰਗ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਨਾਮ ਤੇ ਐਸਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਮਾਈਨਿੰਗ ਦੇ ਲਈ ਕੋਈ ਵਧੀਆ ਪਾਲਿਸੀ ਨਹੀਂ ਬਣਾਈ ਜਾ ਰਹੀ, ਜਿਸ ਦੇ ਚੱਲਦੇ ਹੋਏ ਜਿਵੇਂ ਪਿਛਲੀ ਸਰਕਾਰ ਦੇ ਸਮੇਂ ਮਾਈਨਿੰਗ ਚੱਲ ਰਹੀ ਸੀ ਉਵੇਂ ਹੀ ਇਸ ਵਾਰ ਵੀ ਮਾਈਨਿੰਗ ਚੱਲ ਰਹੀ ਹੈ। ਸਥਾਨਿਕ ਵਸਨੀਕਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਨਜਾਇਜ਼ ਰੂਪ ਦੇ ਵਿੱਚ ਕੀਤੀ ਜਾ ਰਹੀ ਮਾਈਨਿੰਗ ਬੰਦ ਨਾ ਹੋਈ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਆਓ ਸੁਣਦੇ ਹਾਂ ਇਸ ਮੌਕੇ ਉਤੇ ਵੱਖ-ਵੱਖ ਆਗੂਆਂ ਨੇ ਪੰਜਾਬ ਟੀਵੀ ਪ੍ਰਾਈਮ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਾਨੂੰ ਪਹਿਲਾਂ ਤਾਂ ਤੁਹਾਡੇ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ, ਜਿਹੜੇ ਤੁਸੀਂ ਸਾਡੇ ਵਿਚਾਰ ਇੱਥੇ ਆ ਕੇ ਸੁਣੇ ਔਰ ਸਾਨੂੰ ਦੇਖਿਆ, ਸਾਡਾ ਇਕੱਠ-ਵੱਠ ਦੇਖਿਆ। ਇੱਕ ਛੋਟੀ ਜਿਹੀ ਕਾਲ ਤੇ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਆਏ। नवीं सरकार ते कुछ उम्मीदां सीयां सानूं लोकां नूं
ਕਿ ਬਈ ਸਾਡਾ ਜਿਹੜਾ ਕੰਮ ਠੀਕ ਚੱਲੂਗਾ, ਪਰ ਮਾਈਨਿੰਗ ਦਾ ਉਹ ਹਾਲ ਹੋ ਗਿਆ ਜਿਹੜਾ ਕੋਈ ਪਿਛਲੀਆਂ ਸਰਕਾਰਾਂ ਵਿੱਚ ਵੀ ਨਹੀਂ ਹੁੰਦਾ ਗਾ। ਉਸ ਦੁੱਖ ਨੂੰ ਸਾਂਝਾ ਕਰਨ ਵਾਸਤੇ ਅਸੀਂ ਸਾਰਿਆਂ ਨੇ ਇਲਾਕੇ ਵਾਲਿਆਂ ਨੇ ਲੋਕਾਂ ਨੇ ਇਕੱਠੇ ਹੋ ਕੇ ਇਹ ਜਿਹੜੀ ਮੀਟਿੰਗ ਕੀਤੀ। ਮਾਈਨਿੰਗ ਕਿੱਥੇ ਕਿੱਥੇ ਹੋ ਰਹੀ ਹੈ ਜੀ, ਕਿਸ ਲੈਵਲ ਦੀ ਮਾਈਨਿੰਗ ਹੋ ਰਹੀ ਹੈ, ਹੁਣ ਕੀ ਮੰਗ ਹੈ ਤੁਹਾਡੀ, ਕੀ ਤੁਹਾਡਾ ਪਲਾਨ ਹੈ ਜੀ? ਮਾਈਨਿੰਗ ਦੇਖੋ ਜੀ ਸੈਂਸੋਵਾਲ ਵਿੱਚ ਹੋ ਰਹੀ, ਜਿੱਥੇ ਕਿ ਪਹਿਲਾਂ ਹੀ 30 ਫੁੱਟ ਪੱਟ ਹੋਇਆ, 5-6 ਫੁੱਟ ਉਹ ਕਹਿੰਦੇ ਹੋਰ ਪੱਟਣਾ ਸੀ। ਤਰਫ ਮਜਾਰੀ ਵਿੱਚ ਹੋ ਰਹੀ ਹੈ, ਉਹ ਵੀ ਸੇਮ ਕੰਡੀਸ਼ਨ ਹੈ। ਤੇ ਅਸੀਂ ਪ੍ਰਸ਼ਾਸਨ ਨੂੰ ਵੀ ਹੋਰ ਵੀ ਬਹੁਤ ਵਰਬਲੀ ਕਹਿ ਕੇ ਥੱਕ ਗਏ, ਕੋਈ ਸਾਡੀ ਸੁਣਾਈ। ਉਹ ਕਹਿੰਦੇ ਜੀ ਹੋਏਗਾ ਜੋ ਹੋਣਾ ਹੋਣਾ ਹੀ ਹੈ। ਇਹ ਗੱਲ ਇਸ ਕਰਕੇ ਅਸੀਂ ਕਿਹਾ ਵੀ ਲੋਕਾਂ ਨਾਲ ਰਾਬਤਾ ਕਰੀਏ। ਪਾਣੀ ਅੱਗੇ ਖਤਮ ਹੋ ਗਿਆ, 200 ਫੁੱਟ ਡੂੰਘੇ ਸਾਡੇ ਬੋਰ ਹੋ ਗਏ ਨੇ, ਕਿਉਂਕਿ ਜੇ ਤੁਸੀਂ ਅੱਜ ਤੋਂ ਕੋਈ 10-15 ਸਾਲ ਪਹਿਲਾਂ ਦੀ ਗੱਲ ਕਰੀਏ, 15 ਫੁੱਟ ਦੇ 20 ਫੁੱਟ ਦੇ ਸਾਡੇ ਇਲਾਕੇ 'ਚ ਪਾਣੀ ਅਵੇਲੇਬਲ ਹੈਗਾ सा। ਪਰ ਹੁਣ ਮੈਂ ਆਪਣੇ ਖੁਦ ਦਾ ਹੀ 200 ਫੁੱਟ ਬੋਰ ਕਰਾਇਆ ਜੀ, ਤਾਂ ਮੇਰਾ ਕੰਮ ਚੱਲਿਆ। ਹਰ ਬੰਦਾ ਜਿਹੜਾ ਉਹ ਇੰਨੀ ਨਹੀਂ ਚੱਲ ਸਕਦਾ 4 ਰੁਪਏ ਲਵੇ, ਜਿਹੜੇ ਕਨੈਲ 2 ਕਨੈਲ 4 ਕਨੈਲ ਉਹਦਾ ਮੁੱਕ ਗਈ ਗੱਲ। ਅਸੀਂ ਪਹਿਲਾਂ ਹੀ ਅਸੀਂ ਉਹਨਾਂ ਨੂੰ ਇਹ ਗੱਲ ਬੇਨਤੀ ਕਰੀ ਸੀ ਵੀ ਜੀ ਜਦ ਵੀ ਕਦੀ ਕੋਈ ਕੰਮ ਚਲਾਉਣਾ ਸਾਡੇ ਕੰਸੈਂਟ ਦੇ ਵਗੈਰਾ ਨਾ ਚਲਾਇਓ, ਜਿਹੜਾ ਇਲਾਕੇ ਨੂੰ ਜ਼ਰੂਰ ਸੇਫ ਕਰੋ। ਤਾਂ ਉਹਨਾਂ ਨੂੰ ਸਾਨੂੰ ਵਾਅਦਾ ਇਲੈਕਸ਼ਨ ਤੋਂ ਪਹਿਲਾਂ ਵੀ ਵਾਅਦਾ ਕੀਤਾ ਤਾ ਕਿ ਜਿਹੜੀ ਮਾਈਨਿੰਗ ਬਿਲਕੁਲ ਨਹੀਂ ਹੋਊਗੀ, ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਉਹ ਤੋਂ ਬਾਅਦ ਅਸੀਂ 1-2 ਵਾਰੀ ਟਾਈਮ ਮੰਗਿਆ, ਹੋ ਸਕਦਾ ਉਹਨਾਂ ਦੀ ਕੋਈ ਰਜੇਵੇਂ ਹੋਣ, ਸਾਨੂੰ ਟਾਈਮ ਨਹੀਂ ਮਿਲਿਆ। ਉਹ ਤੋਂ ਬਾਅਦ ਅੱਜ ਸਿਰਫ 2-3 ਫੈਸਲੇ ਲਏ। ਇੱਕ ਤਾਂ ਜੀ 10-15 ਬੰਦਿਆਂ ਦਾ ਅਸੀਂ ਇੱਕ ਹੋਰ ਸਬ ਕਮੇਟੀ ਬਣਾਈ, ਜਿਹੜੀ ਕਿ ਹਰ ਪਿੰਡ ਜਾ ਕੇ ਪਾਣੀ ਬਾਰੇ ਜਾਗਰੂਕ ਲੋਕਾਂ ਨੂੰ ਕਰੂਗੀ। ਦੂਜਾ ਵੀ ਜਦ ਵੀ ਕੋਈ ਕਿਸੇ ਕਿਸਮ ਦੀ ਇਹੋ ਜਿਹੀ ਦਿੱਕਤ ਆਊਗੀ ਤਾਂ ਅਸੀਂ ਇਹ ਪ੍ਰਾਣ ਕਰਦੇ ਵੀ ਇਕੱਠੇ ਹੋ ਕੇ ਉਹਦੇ ਖਿਲਾਫ ਅਸੀਂ ਆਪਣੀ ਜਿਹੜੀ ਹੈ ਜੰਗ ਜਾਰੀ ਰੱਖਾਂਗੇ। ਹਾਂ ਬਿਲਕੁਲ, ਪਰਸੋਂ ਅੱਜ ਬੁੱਧਵਾਰ ਵੀ ਸ਼ੁੱਕਰਵਾਰ ਨੂੰ ਅਸੀਂ 10-11 ਵਜੇ ਦੇ ਲਗਭਗ ਅਨੰਦਪੁਰ ਸਾਹਿਬ SDM ਸਾਹਿਬ ਨੂੰ ਮੰਗ ਪੱਤਰ ਜ਼ਰੂਰ ਦੇਵਾਂਗੇ। ਪਰ 1-2 ਬੰਦਿਆਂ ਨੇ ਸਾਡਿਆਂ ਨੇ ਇਹ ਵਾਅਦਾ ਵੀ ਕੀਤਾ ਵੀ ਮੰਤਰੀ ਸਾਹਿਬ ਨਾਲ ਅਗਰ ਸਾਡਾ ਸੰਪਰਕ ਹੁੰਦਾ ਤਾਂ ਤੁਹਾਡੀ ਅਸੀਂ ਗੱਲ ਜ਼ਰੂਰ ਕਰਾਵਾਂਗੇ। ਫਿਰ ਜੋ ਫਿਲਹਾਲ ਤਾਂ ਅਸੀਂ ਇਸ ਹੱਕ 'ਚ ਹੈ ਵੀ ਅਸੀਂ ਕਿਸੇ ਕਿਸਮ ਦੇ ਡਿਸਪਿਊਟ 'ਚ ਨਾ ਪਈਏ, ਨਾ ਅਸੀਂ ਇਸ ਗੱਲ ਨੂੰ ਕਰੀਏ। ਪਰ ਹੁਣ ਜੇ ਮਜਬੂਰੀ ਨੂੰ ਸਾਨੂੰ ਕਰਨਾ ਪਿਆ ਤਾਂ ਜੋ ਕਰਨਾ ਕਰਾਂਗੇ, ਜ਼ਰੂਰ ਕਰਨਾ ਪੈਣਾ ਹੈ। ਸੰਘਰਸ਼ ਨੂੰ ਅੱਗੇ ਲੈ ਕੇ ਜਾਓ। ਬਿਲकुल ਲੈ ਕੇ ਸਿਖਰ ਤੱਕ, ਜਦ ਤੱਕ ਨਹੀਂ ਹੋਊਗਾ ਹੱਲ ਉਦੋਂ ਤੱਕ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ। ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਵੀ ਜੇ 30 ਫੁੱਟ ਆਲਰੇਡੀ ਪੱਟਿਆ, 4-4 5-6 ਫੁੱਟ ਕਹਿੰਦੇ ਹੋਰ ਪੱਟਣਾ, ਵੀ ਸਾਡੇ ਕੋਲ ਕਿਆ ਬਚ ਜਾਣਾ। ਅਸਲ 'ਚ ਜਿਹੜੀ ਡੀਸਰਟਿੰਗ ਉਹਦਾ ਇਹ ਹੁੰਦੀ ਨਾ ਜੀ ਵੀ ਜਿੱਥੇ ਕਿਤੇ ਪਾਣੀ ਆਉਂਦਾ, ਫਲੋਟ ਆਉਂਦਾ, ਉੱਥੇ ਰੁਕ ਜਾਂਦਾ, ਉੱਥੇ ਮਟੀਰੀਅਲ ਰੁਕ ਜਾਂਦਾ, ਜਿਵੇਂ ਮੰਨ ਲਓ ਰੇਤਾ ਬਜਰੀ, ਉਹ ਕਿਸਮ ਦੀ ਤਾਂ ਮਤਲਬ ਉਸ ਨਾਂ ਦੀ ਤਾਂ ਚੀਜ਼ੇ ਕੋਈ ਨਹੀਂ ਸਾਡੇ ਇਸ ਏਰੀਏ 'ਚ ਕਿਤੇ ਵੀ ਨਹੀਂ ਆ। ਜਿੱਥੇ ਮਰਜੀ ਚੈੱਕ ਕਰਨਾ, 40-40 ਫੁੱਟ ਆਲਰੇਡੀ ਪੱਟਿਆ, ਉਹ ਡੀਸਿਲਟਿੰਗ ਉੱਥੇ ਕਿੱਥੇ ਕੁਝ ਵੀ ਨਹੀਂ ਆ। ਹਾਂ, ਡੀਸਿਲਟਿੰਗ ਦੇ ਨਾਂ ਤੇ ਮਾਈਨਿੰਗ ਹੋ ਰਹੀ ਆ, ਜ਼ਬਰਦਸਤ ਮਾਈਨਿੰਗ ਹੋ ਰਹੀ ਆ, ਕੋਈ ਉਹਦੇ 'ਚ ਦੋ ਰਾਏ ਨਹੀਂ ਹੈ। ਔਰ ਜੇ ਅੱਛਾ ਕੱਲ੍ਹ ਦੀ ਗੱਲ ਕਰਾਂ ਤਾਂ ਜਿਹੜੇ ਆ ਪਲਾਟ ਲੋਕਾਂ ਨੂੰ ਇਹ ਜਿੰਨੇ ਮਾਫੀਆ ਲੋਕ ਨੇ ਨਾ ਜੀ, ਇਹ ਮਗਰ ਨੱਠ ਕੇ ਕੁੱਟਿਆ ਇਹਨਾਂ ਨੇ ਲੋਕਾਂ ਨੂੰ, ਨੱਠ ਕੇ ਲੋਕਾਂ ਜਾਨ ਬਚਾਈ। ਚਲੋ ਦੁਬਾਰਾ ਪਿੰਡ ਇਕੱਠਾ ਹੋਇਆ, ਉਹਨੇ ਆ ਕੇ ਰੋਕ ਕੇ ਸਾਰਾ ਕੁਝ ਕਰਿਆ। ਦੁਬਾਰਾ ਉਹ ਜੋ ਹੋਇਆ ਉਹ ਮੇਰੇ ਖਿਆਲ ਸ਼ਾਇਦ ਬਹੁਤਿਆਂ ਚੈਨਲਾਂ 'ਤੇ ਵੀ ਫਿਰਦੀ ਉਹ ਵਾਇਰਲ ਹੋ ਰਹੀ ਹੈ। ਹਾਂਜੀ, ਬਾਕੀ ਜੋ ਹੋਊਗਾ ਉਹ ਫਿਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਪਿੰਡ ਦੇ ਨਾਲ ਜਾਂ ਜਿੰਨੇ ਮਿੱਤਰ ਸੱਜਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਵਾਅਦਾ ਕਰਦੇ ਸਾਰੇ ਲੋਕ ਕਿ ਜਦ ਵੀ ਸਾਨੂੰ ਲੋੜ ਪਈ ਅਸੀਂ ਸਾਰੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਨੂੰ ਲੜਾਂਗੇ। ਜਿਵੇਂ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਜੀ, ਪਿਛਲੇ ਲੰਬੇ ਸਮੇਂ ਤੋਂ ਸਾਡੇ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜੀ, ਤੇ ਜਿਸ ਤੋਂ ਕਿ ਸਾਡਾ ਹਰ ਇੱਕ ਪਿੰਡ ਵਾਸੀ, ਹਰ ਪਿੰਡ ਬਹੁਤ ਪਰੇਸ਼ਾਨ ਹੈ। ਤੇ ਅੱਜ ਸਾਡੀ ਛੋਟੀ ਜਿਹੀ ਕਾਲ ਦੇ ਉੱਤੇ ਇੰਨਾ ਵੱਡਾ ਜੋ ਤੁਸੀਂ ਦੇਖਿਆ ਗੈਦਰਿੰਗ ਹੋਈ ਹੈ, ਇੰਨਾ ਵੱਡਾ ਇਕੱਠ ਹੋਇਆ, ਤੇ ਇਹ ਸਾਰਾ ਦਰਸਾਉਂਦਾ ਹੈ ਕਿ ਆਪਾਂ ਸਾਰੇ ਪਰੇਸ਼ਾਨ ਹੈ ਤੇ ਸਿਰਫ ਅੱਗੇ ਹੋਣ ਨੂੰ ਤਿਆਰ ਨਹੀਂ ਸੀ, ਪਰ ਲੇਕਿਨ ਅੱਜ ਲੋਕ ਖੜੇ ਹੋ ਗਏ ਜੀ। ਤੇ ਸਾਡੀ ਹੁਣ ਪਰਸੋਂ ਦਾ ਅਸੀਂ ਜੋ ਅੱਜ ਪ੍ਰੋਗਰਾਮ ਲਿਖਿਆ ਹੈ ਕਿ ਇਸੇ ਤਰ੍ਹਾਂ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਏਗਾ, ਤੇ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਐਜੀਟੇਸ਼ਨ ਹੈ ਉਸ ਦੀ ਰੂਪਰੇਖਾ ਤਿਆਰ ਕੀਤੀ ਜਾਏਗੀ। ਸਰ ਇਹ ਲੋਕਾਂ ਨੂੰ ਭੁਲੇਖਾ ਸੀ, ਲੇਕਿਨ ਸਾਨੂੰ ਕੋਈ ਭੁਲੇਖਾ ਨਹੀਂ ਸੀ। ਅਸੀਂ ਜਾਣਦੇ ਹਾਂ ਜੀ ਬਈ ਇਹ ਜਦੋਂ ਚੰਡੀਗੜ੍ਹ ਜਾ ਕੇ ਪਹੁੰਚ ਜਾਂਦੇ ਨਾ ਜੀ, ਤਾਂ ਸਰਕਾਰ ਅਕਾਲੀਆਂ ਦੀ ਹੋਵੇ, ਕਾਂਗਰਸ ਦੀ, ਆਪ ਦੀ ਜਾਂ ਤੁਮ ਦੀ ਸਰਕਾਰ ਕਿਸੇ ਦੀ ਹੋਵੇ, ਉੱਥੇ ਜਾ ਕੇ ਸਾਨੂੰ ਗਰੀਬ ਨੂੰ, ਮਜ਼ਦੂਰ ਨੂੰ, ਕਿਸਾਨ ਨੂੰ ਇਹ ਸਾਰੇ ਭੁੱਲ ਜਾਂਦੇ। ਤੇ ਪਤਾ ਲੱਗਿਆ ਕਿ ਜਿਹੜੇ ਬੰਦੇ ਕੱਲ ਡੀਂਗਾ ਮਾਰਦੇ ਸੀ ਅਸੀਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਣੀ, ਤੇ ਅੱਜ ਸਾਡਾ ਉਹ ਸੰਘਰਸ਼ ਕਮੇਟੀ ਦਾ ਫੋਨ ਚੱਕਣ ਨੂੰ ਵੀ ਤਿਆਰ ਨਹੀਂ ਹੈ। ਇਸ ਗੱਲ ਦਾ ਸਾਨੂੰ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਅਫਸੋਸ ਹੈ ਜੀ। ਇਸ ਗੱਲ
ਪਹਿਲੀ ਵਾਰ ਮਾਈਨਿੰਗ ਦੀ ਸਮੱਸਿਆ ਨਹੀਂ ਆਈ, ਕਾਫੀ ਲੰਬੀ ਚੱਲਦੀ ਆ ਰਹੀ ਹੈ, ਪਰ ਮਾਈਨਿੰਗ ਮੰਤਰੀ ਪਹਿਲੀ ਵਾਰ ਸਾਡੇ ਹੀ ਇਲਾਕੇ ਦੇ ਨੇ। ਉਹਨਾਂ ਦੇ ਨਾਲ ਇਸ ਸੰਬੰਧ ਦੇ ਵਿੱਚ ਕਦੇ ਰਾਬਤਾ ਹੋਇਆ, ਗੱਲਬਾਤ ਹੋਈ ਹੈ? ਜੋ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਇਹੀ ਗੱਲ ਦੱਸੀ ਜੀ ਕਿ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਕੋਈ ਕਾਰਨ ਸਮਝ ਲਓ ਮੰਤਰੀ ਸਾਹਿਬ ਕਹਿੰਦੇ ਰਹੇ ਮੈਂ ਅੱਜ ਦਿੱਲੀ ਹੈ, ਅੱਜ ਮੈਂ ਚੰਡੀਗੜ੍ਹ ਹੈ, ਅੱਜ ਕੋਈ ਜ਼ਰੂਰੀ ਮੀਟਿੰਗ ਹੈ। ਇਹ ਨਹੀਂ ਪਤਾ ਕਿ ਉਹਨਾਂ ਦੀ ਕੋਈ ਮਜਬੂਰੀ ਸੀ ਜਾਂ ਕੋਈ ਉਹਨਾਂ ਦੀ ਟਾਲ ਮਟੋਲ ਦੀ ਨੀਤੀ ਹੈ। ਪਰ ਲੇਕਿਨ ਹੁਣ ਤੱਕ ਸਾਡੀ ਇਲਾਕਾ ਸੰਘਰਸ਼ ਕਮੇਟੀ ਦੀ ਹੁਣ ਤੱਕ ਕੋਈ ਹਲੇ ਉਹਨਾਂ ਨਾਲ ਇਸ ਸੰਬੰਧ ਵਿੱਚ ਗੱਲਬਾਤ ਨਹੀਂ ਹੋ ਚੁੱਕੀ। ਮੰਗ ਪੱਤਰ ਦਿੱਤਾ ਜਾ ਰਿਹਾ ਹੈ ਪਰਸੋਂ ਨੂੰ। ਹਾਂਜੀ, ਜੇਕਰ ਕੋਈ ਹੱਲ ਨਹੀਂ ਹੁੰਦਾ, ਸੰਘਰਸ਼ ਕਿੱਥੋਂ ਜਾਏਗਾ, ਕਿੱਥੇ ਤੱਕ ਲੈ ਕੇ ਜਾਓਗੇ ਸੰਘਰਸ਼ ਨੂੰ? ਬਸ ਹੁਣ ਜਿਹੜੀ ਸਾਡੀ ਲਾਸਟ ਉਮੀਦ ਸੀਗੀ ਜੀ ਇਸ ਸਰਕਾਰ ਤੋਂ ਕਿ ਸ਼ਾਇਦ ਦੂਜੀਆਂ ਸਰਕਾਰਾਂ ਨੇ ਸਾਡੀ ਨਹੀਂ ਸੁਣੀ, ਤੇ ਆਹ ਸਰਕਾਰ ਤੁਸੀਂ ਦੇਖਿਆ ਜੀ ਹਰ ਇੱਕ ਕੰਸਟੀਚੁਐਂਸੀ ਵਿੱਚੋਂ, ਹਰ ਹਲਕੇ ਵਿੱਚੋਂ 50-50 ਹਜ਼ਾਰ ਤੋਂ ਇੱਕ ਕੈਂਡੀਡੇਟ ਲੋਕੀ ਜਿਤਾ ਕੇ ਭੇਜਿਆ ਸੀ। ਬਹੁਤ ਵੱਡੀ ਉਮੀਦ ਸੀ, ਲੇਕਿਨ ਅੱਜ ਸਾਡੀ ਉਹ ਵੀ ਉਮੀਦ ਟੁੱਟ ਚੁੱਕੀ। ਤੇ ਹੁਣ ਮੈਨੂੰ ਐਂ ਲੱਗਦਾ ਜੀ ਕਿ ਸਾਨੂੰ ਸਿਰਫ ਇਲਾਕਾ ਵਾਸੀਆਂ ਨੂੰ ਅਸੀਂ ਦੇਖਿਆ ਹੋਣਾ ਜੀ, ਅਸੀਂ 15 ਬੰਦਿਆਂ ਦਾ ਗਰੁੱਪ ਵੀ ਬਣਾਇਆ ਕਿ ਅਸੀਂ ਹਰ ਪਿੰਡ ਵਿੱਚੋਂ 5-5 10-10 ਬੰਦੇ ਤਿਆਰ ਕਰਕੇ ਹੁਣ ਮੈਨੂੰ ਲੱਗਦਾ ਸਾਨੂੰ ਆਪ ਹੀ ਅੱਗੇ ਆਉਣਾ ਪੈਣਾ। ਇਹ ਸਰਕਾਰਾਂ ਤੋਂ, ਪ੍ਰਸ਼ਾਸਨ ਤੋਂ ਸਾਨੂੰ ਕੋਈ ਉਮੀਦ ਨਹੀਂ ਜੀ ਰਹੀ, ਔਰ ਸਾਡੀ ਜਿੱਥੇ ਤੱਕ ਮਰਜ਼ੀ ਜਾਣਾ ਪੈ ਜਾਏ, ਪਰ ਅਸੀਂ ਹੁਣ ਇਸ ਤੋਂ ਵੱਧ ਲੁੱਟ ਹੋਣ ਨਹੀਂ ਦੇਣੀ ਜੀ। ਇਹ ਸਾਡਾ ਵਾਅਦਾ ਜੀ, ਸਾਡਾ ਦਾਵਾ। ਮੇਰਾ ਨਾਮ ਹੈਗਾ ਸੂਰੇਵਾਲ ਤੋਂ ਸਰਪੰਚ ਹਰਿੰਦਰ ਕੁਮਾਰ ਕੇਸ਼ਵ ਜੀ। ਕਿਸ ਪਰੇਸ਼ਾਨੀ ਕਰਕੇ ਅੱਜ ਅਸੀਂ ਸਾਰੇ ਇਸੇ ਪਰੇਸ਼ਾਨੀ ਦੇ ਇਕੱਠੇ ਹੋਏ ਆ ਜੀ ਵੀ ਜਿਹੜਾ ਮਾਈਨਿੰਗ, ਨਜਾਇਜ਼ ਮਾਈਨਿੰਗ ਕਾਫੀ ਦੇਰ ਤੋਂ ਸਰਕਾਰਾਂ ਦੀ ਲੁੱਟ ਖਸੁੱਟ ਚੱਲੀ ਹੋਈ ਹੈ, ਉਹਦੇ ਸੰਬੰਧ ਵਿੱਚ ਸਾਰੇ ਜਣੇ ਇਕੱਠੇ ਹੋਏ ਸੀ। ਕਿ ਸਰ ਸਾਡੇ ਜਿਹੜੀਆਂ ਜ਼ਮੀਨਾਂ ਦਾ ਪਾਣੀ ਹੈ, ਬੋਰਾਂ ਦਾ ਪਾਣੀ ਹੈ, ਉਹ ਬੇਹੱਦ ਹੀ ਥੱਲੇ ਜਾ ਚੁੱਕਿਆ। ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈ। ਅੱਗੇ ਪਾਣੀ 26-27 ਫੁੱਟ ਦੇ ਜਿਹੜੇ ਬੋਰ ਸੀਗੇ, ਹੁਣ ਸਾਨੂੰ 50-50 100-100 60-60 70-80 ਕਰਨਾ ਪਿਆ ਕਰਦਾ। ਬਹੁਤ ਜ਼ਿਆਦਾ ਦੁਖੀ ਹੈ ਜੀ ਤੋਂ ਅਸੀਂ। ਸਾਡਾ ਇਲਾਕਾ ਗਰੀਬ ਹੈ ਜੀ। ਸਰਕਾਰ ਨੇ ਜੇ ਸਾਡੀ ਨਾ ਸੁਣੀ ਤਾਂ ਆਪਾਂ ਫਿਰ ਇਹ ਸੰਘਰਸ਼ ਸਾਨੂੰ ਕਰਨਾ ਹੀ ਪੈਣਾ ਜੀ। ਵੱਧ ਤੋਂ ਵੱਧ ਹੋਰ ਕੀ ਕਰਨਾ ਜੀ, ਸਾਡੇ ਕੋਲ ਹੈ ਕਿਆ ਜੀ, ਇਹੀ ਕੰਮ ਹੈ ਜੀ। ਆਸ ਸੀ ਕਿ ਨਵੀਂ ਸਰਕਾਰ ਆਏਗੀ, ਮਾਈਨਿੰਗ ਰੁਕੇਗੀ, ਪਰ ਮਾਈਨਿੰਗ ਐਜ਼ ਇਟ ਇਜ਼ ਚੱਲ ਰਹੀ ਹੈ ਜੀ। ਫਿਰ ਕਿਵੇਂ ਆ ਮੰਨਦੇ? ਨਹੀਂ, ਸਾਨੂੰ ਤਾਂ ਜੀ ਬਹੁਤ ਜ਼ਿਆਦਾ ਆਸ ਸੀਗੀ। ਹੁਣ ਸਰਕਾਰ ਨੇ ਦੇਖੋ ਸੁਣੀ ਨਹੀਂ ਕਿਸੇ ਦੀ ਵੀ। ਸਰਕਾਰ ਨੇ ਬੜੇ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਡਾ ਆਹ ਕਰਾਂਗੇ ਜੀ, ਅਸੀਂ ਮਾਈਨਿੰਗ ਬਿਲਕੁਲ ਨਹੀਂ ਹੋਣ ਦੇਵਾਂਗੇ। ਇਹ ਸਾਡੇ ਪਿੰਡ ਸੂਰੇਵਾਲ ਤੋਂ ਸ਼ੁਰੂ ਹੋਈ ਸੀਗੀ, ਜਦ ਕਿ ਈਵਨ ਉੱਥੇ ਰੇਤਾ ਰਿਹਾ ਨਹੀਂ ਬਿਲਕੁਲ ਵੀ। ਹੁਣ ਨਾਲ ਦੇ ਸਰਹੱਦੀ ਉਦੋਂ ਸੰਤੋਖਲ ਤੋਂ ਲਿਆਇਆ ਕਰਦੇ ਚੱਕ ਕੇ ਜੀ, ਸਾਨੂੰ ਫਿਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਿਆ ਜੀ। ਅਸੀਂ ਇਹੀ ਮੰਗ ਕਰਦੇ ਹਾਂ ਇਹਨਾਂ ਤੋਂ, ਆਪਣੇ ਮੰਤਰੀ ਸਾਹਿਬ ਤੋਂ, ਸਾਡੇ ਇਲਾਕੇ ਦੇ ਨੇ, ਇਹਨਾਂ ਤੋਂ ਇਹੀ ਮੰਗ ਕਰਦੇ ਵੀ ਸਾਡੀ ਇਹ ਜਿਹੜੀ ਹੈ ਸਮੱਸਿਆ ਹੱਲ ਕੀਤੀ ਜਾਵੇ ਜੀ, ਜਲਦੀ ਤੋਂ ਜਲਦੀ ਇਹਨੂੰ ਬੰਦ ਕਰਾਇਆ ਜਾਵੇ। ਜਾਂ ਸਰਕਾਰ ਨੂੰ, ਅਸੀਂ ਕਿਸੇ ਦੇ ਖਿਲਾਫ ਨਹੀਂ ਹੈ ਜੀ, ਨਾ ਕਿਸੇ ਦੇ ਕੋਈ ਕਰੈਸ਼ਨਾਂ ਬਾਰੇ ਕਿਸੇ ਦੇ ਖਿਲਾਫ ਹੈ ਜਾਂ ਇਹਨਾਂ ਸਰਕਾਰ ਬਾਰੇ। ਅਸੀਂ ਤਾਂ ਸਿਰਫ ਆਪਣੀ ਮੰਗ ਰੱਖਦੇ ਹਾਂ ਜੀ ਵੀ ਸਾਨੂੰ ਲੋਕਾਂ ਨੂੰ ਜਿਹੜਾ ਹੈ ਨਾ ਇਸ ਚੀਜ਼ ਤੋਂ ਬਚਾਇਆ ਜਾਵੇ। ਸਾਡੇ ਪਾਣੀ ਨਹੀਂ ਸਰ ਰਹਿਣੇ ਥੱਲੇ। ਸਰਪੰਚ ਸਾਹਿਬ, ਅੱਜ ਕਿੰਨੇ ਕੁ ਪਿੰਡਾਂ ਦੇ ਜਿਹੜੇ ਮੋਹਤਬਰ ਬੰਦੇ ਹੈ ਜਾਂ ਲੋਕ ਨੇ ਉਹ ਇਕੱਠੇ ਹੋਏ ਨੇ ਇਸ ਮੀਟਿੰਗ ਦੇ ਵਿੱਚ? ਤਕਰੀਬਨ ਸਾਰਾ ਇਲਾਕਾ ਸਾਡਾ ਨਾ, ਤਕਰੀਬਨ ਸਾਰੇ ਪਿੰਡਾਂ ਤੋਂ ਆਏ ਹੋਏ ਸੀ। ਸਾਰਾ ਬੇਲੇ ਵਾਲੇ ਸਾਰੇ, ਆਪਣਾ ਭਲਾਣ, ਮਜਾਰੀ, ਸਾਰਾ ਸਾਡੇ ਸੂਰੇਵਾਲ ਤੋਂ ਲੈ ਕੇ ਸਾਰੇ ਪਿੰਡ ਤਕਰੀਬਨ ਇੱਕ ਕਾਲ ਤੋਂ ਇੰਨੇ ਬੰਦੇ ਇਕੱਠੇ ਹੋ ਗਏ ਜੀ। ਬਾਕੀ ਦੇਖਾਂਗੇ ਹੁਣ ਪਰਸੋਂ ਨੂੰ 10 ਵਜੇ ਦੱਸਦੇ ਆ ਜੀ ਐਸਡੀਐਮ ਸਾਹਿਬ ਦੇ ਜਾਣਾ, ਉੱਥੇ ਦੇਖਾਂਗੇ ਐਸਡੀਐਮ ਸਾਹਿਬ ਕਿਆ ਜਵਾਬ ਦਿੰਦੇ ਆ, ਕਿਆ ਸਾਡੀ। ਹਾਂਜੀ, ਵੱਡਾ ਕਰਾਂਗੇ, ਈਵਨ ਲੈ ਕੇ ਜਾਵਾਂਗੇ, ਵੱਡਾ ਹੀ ਲੈ ਕੇ ਜਾਵਾਂਗੇ। ਛੋਟੇ ਦਾ ਕੰਮੇ ਕੋਈ ਨਹੀਂ ਹੈ ਜੀ, ਕਿਉਂ ਛੋਟੇ ਬਾਰੇ ਸੁਣਦਾ ਕੋਈ ਨਹੀਂ ਸਰਕਾਰਾਂ। ਜਦ ਸਾਡਾ ਇਕੱਠ ਹੋਊਗਾ, ਅਸੀਂ ਉੱਠਾਂਗੇ ਤਾਂ ਹੀ, ਜਾਗਾਂਗੇ ਤਾਂ ਹੀ ਸਾਡਾ ਪਤਾ ਲੱਗਣਾ ਜੀ ਲੋਕਾਂ ਨੂੰ। ਇੱਦਾਂ ਸਾਡੀ ਕਿਸੇ ਨੇ ਨਹੀਂ ਸੁਣਨੀ ਜੀ। ਹਰ ਇੱਕ ਬੰਦੇ ਨੂੰ ਜਾਗਣਾ ਪੈਣਾ ਜੀ ਇਹਦੇ ਮਾਮਲੇ 'ਚ। ਠੀਕ ਹੈ, ਥੈਂਕ ਯੂ। ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਧੰਦਾ ਸੀ, ਲਗਭਗ ਪਿਛਲੇ 2-3 ਸਾਲਾਂ ਤੋਂ ਸਾਡੇ ਏਰੀਏ ਦੇ ਵਿੱਚ ਇੱਕ ਬਹੁਤ ਵੱਡੀ ਮੁਸੀਬਤ ਬਣ ਕੇ ਸਾਹਮਣੇ ਆਇਆ ਸੀ, ਜਿਹਦੇ ਵਿੱਚ ਪਾਣੀ ਦਾ ਲੈਵਲ ਹੈ ਜਿਹੜਾ ਦਿਨ ਪਰ ਦਿਨ ਘਟਦਾ ਜਾ ਰਿਹਾ ਸੀਗਾ। ਜਿਸ ਦੇ ਸੰਬੰਧ ਵਿੱਚ ਜਦੋਂ ਨਵੀਂ ਸਰਕਾਰ ਆਈ, ਅਸੀਂ ਵੀ ਉਹਦਾ ਹਿੱਸਾ ਹੈ, ਪਰ ਜਦੋਂ ਇਲਾਕੇ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਲਾਕੇ ਨਾਲ ਪਹਿਲਾਂ ਹੀ, ਪਾਰਟੀ ਸਾਡੇ ਲਈ ਬਾਅਦ ਦੇ ਵਿੱਚ ਹੈ। ਜਦੋਂ ਬਿਨਾਂ ਪਾਲਿਸੀ ਤੋਂ ਮਾਈਨਿੰਗ ਸ਼ੁਰੂ ਹੋ ਗਈ ਤਾਂ ਸਾਰੇ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਰੋਸ ਸੀਗਾ। ਸਾਰਿਆਂ ਨੇ ਅੱਜ ਬੇਲਾ ਰਾਮਗੜ੍ਹ ਦੇ ਵਿੱਚ ਰਤਵਾੜਾ ਸਾਹਿਬ ਆ ਕੇ ਮੀਟਿੰਗ ਕੀਤੀ, ਜਿਹਦੇ ਵਿੱਚ ਰੋਸ ਵੀ ਸਰਕਾਰ ਦੇ ਖਿਲਾਫ ਜਿਹੜਾ ਇਹ ਰੋਸ ਕੀਤਾ। ਹੁਣ ਜਿਹੜਾ ਸਾਡਾ ਅਗਲਾ ਕੋਈ ਵੀ ਸਟੈਪ ਹੈ, ਉਹ ਅਸੀਂ ਸਾਰੇ ਇਲਾਕੇ ਦਾ ਇੱਕ ਗਰੁੱਪ ਫੇਰ ਬਣਾ ਕੇ ਅਸੀਂ ਲੋਕਾਂ ਤੱਕ ਜਾਵਾਂਗੇ, ਲੋਕਾਂ ਨੂੰ ਪਹੁੰਚ ਕਰਾਂਗੇ, ਗੈਰ ਕਾਨੂੰਨੀ ਮਾਈਨਿੰਗ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰੂੰਗੇ। ਇੱਕ ਗੱਲ ਹੋਰ ਹੈ ਕਿ ਅਸੀਂ ਨਾ ਕ੍ਰੈਸ਼ਰ ਵਾਲਿਆਂ ਦੇ ਖਿਲਾਫ ਹੈ, ਨਾ ਸਰਕਾਰ ਦੇ ਖਿਲਾਫ ਹੈ। ਅਸੀਂ ਸਿਰਫ ਜੋ ਘਾਣ ਸਾਡੀ ਧਰਤੀ ਨਾਲ ਹੋ ਰਿਹਾ,
ਅਸੀਂ ਉਹਨੂੰ ਬਚਾਉਣ ਵਾਸਤੇ ਸਾਰੇ ਇਕੱਠੇ ਹੋਏ ਆ ਤੇ ਇਨ ਫਿਊਚਰ ਅਸੀਂ ਹੁੰਦੇ ਵੀ ਰਹਾਂਗੇ, ਕਿਉਂਕਿ ਇੱਕ ਸਰਚ ਦੇ ਅਕੋਰਡਿੰਗ ਪਹਿਲਾਂ ਹੀ ਜਿਹੜਾ ਸਾਨੂੰ ਇੱਕ ਵਾਇਰਲ ਨਿਊਜ਼ ਹੋ ਰਹੀ ਕਿ ਧਰਤੀ ਦੇ ਵਿਚਲਾ ਜਿਹੜਾ ਪਾਣੀ ਹੈ ਉਹ 17 ਸਾਲ ਵਾਸਤੇ ਸਿਰਫ ਬਚਿਆ ਹੋਇਆ। ਉਹਨੂੰ ਬਚਾਉਣ ਵਾਸਤੇ ਅਗਲੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਤੱਕ ਪਾਣੀ ਨੂੰ ਪਹੁੰਚਾਉਣ ਵਾਸਤੇ ਇੱਕ ਉਪਰਾਲਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਵੋਟਾਂ ਹੁੰਦੀਆਂ, ਵੋਟਾਂ ਤੋਂ ਪਹਿਲਾਂ ਜਿਹੜੇ ਸਾਡੇ ਕੈਂਡੀਡੇਟ ਹੁੰਦੇ ਉਹਨਾਂ ਦੇ ਵਾਅਦੇ ਕੁਝ ਹੋਰ ਹੁੰਦੇ, ਜਦੋਂ ਜਿੱਤ ਜਾਂਦੇ ਉਹਨਾਂ ਦੇ ਵਾਅਦੇ ਕੁਝ ਹੋਰ ਹੁੰਦੇ। ਰਾਕੇਸ਼ ਚੌਧਰੀ ਹੋਈ ਹੈ ਜਿਹੜਾ ਵੋਟਾਂ ਤੋਂ ਪਹਿਲਾਂ ਚੋਰ ਸੀਗਾ, ਵੋਟਾਂ ਤੋਂ ਬਾਅਦ ਉਹ ਸਾਧ ਬਣ ਗਿਆ ਕਿਉਂਕਿ ਉਹੀ ਮਾਈਨਿੰਗ ਕਰਵਾ ਰਿਹਾ। ਇਸ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ। ਜਦੋਂ ਤੱਕ ਅਸੀਂ ਇੱਕ ਨਹੀਂ ਹੁੰਦੇ ਅਸੀਂ ਪਾਣੀ ਨਹੀਂ ਬਚਾ ਸਕਦੇ। ਅੱਜ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ? ਇਲਾਕੇ ਦੇ ਵਾਸੀ ਇਕੱਠੇ ਹੋਏ ਸੀਗੇ ਜੀ। ਜਿਹੜੇ ਪਿੰਡਾਂ ਦੇ ਵਿੱਚ ਮਾਈਨਿੰਗ ਹੁੰਦੀ ਹੈ, ਲਗਭਗ ਸਾਰੇ ਪਿੰਡਾਂ ਦੇ ਮੋਹਤਬਰ ਬੰਦੇ ਸੀਗੇ ਜਿਹੜੇ ਅੱਜ ਆਏ ਹੋਏ ਆ। ਸਾਰੇ ਲੋਕ ਜਿਹੜੇ ਅੱਜ ਸਾਡੀ ਮੀਟਿੰਗ 'ਚ ਆਏ, ਸਾਰੇ ਸੁਚਾਰੂ ਢੰਗ ਨਾਲ ਸੋਚ ਰਹੇ ਕਿ ਆਪਣੇ ਇਲਾਕੇ ਨੂੰ ਅਸੀਂ ਕਿਵੇਂ ਬਚਾ ਸਕੀਏ। ਮੋਸਟ ਜਿੰਨੇ ਬੇਲੇ ਹੈ, ਚਾਹੇ ਤੁਸੀਂ ਲੈ ਲਓ ਭਲਾਣ ਤੋਂ ਲੈ ਕੇ ਸੂਰੇਵਾਲ ਤੱਕ, ਜਿੰਨੇ ਪਿੰਡ ਹੈ ਸਾਰੇ ਮੋਹਤਬਰ ਬੰਦੇ ਆਏ ਹੋਏ ਸੀਗੇ। ਗੱਲ ਹੈ ਜੀ ਉਹ ਸੈਂਸਵਾਲ, ਤਹਿਸੀਲ ਨੰਗਲ, ਡਿਸਟ੍ਰਿਕਟ ਰੋਪੜ। ਸੈਂਸਵਾਲ ਦੇ ਵਿੱਚ ਇਹਨਾਂ ਦੀ ਸੈਂਕਸ਼ਨਡ ਡੀਸਿਲਟਿੰਗ ਮਾਈਨ ਹੈ, ਪਰ ਉੱਥੇ ਆਲਰੇਡੀ ਇਹ ਐਗਜ਼ੌਸਟਡ ਔਰ ਓਵਰ ਐਕਸਪਲੋਇਟਡ ਮਾਈਨ ਹੈ ਸਾਈਟ। ਸੋ ਇਹ ਜਿਹੜੇ ਕਲੇਮ ਸੀਗੇ ਸਰਕਾਰ ਦੇ ਵੀ ਇੱਥੇ ਕੋਈ ਗਲਤ ਨਹੀਂ ਹੋ ਰਿਹਾ, ਅਸੀਂ ਸਹੀ ਮਾਈਨਿੰਗ ਕਰ ਰਹੇ ਹਾਂ ਜਾਂ ਪਾਣੀ ਤੇ ਉੱਪਰ ਕਰ ਰਹੇ ਹਾਂ, ਅਸੀਂ ਉਹ ਇਹਨਾਂ ਨੂੰ ਸਿਰਫ ਇੱਕ ਸ਼ੀਸ਼ਾ ਦਿਖਾਉਣਾ ਚਾਹੁੰਦੇ ਸੀ ਵੀ ਇਹ ਸਾਰਾ ਕੁਝ ਗਲਤ ਹੋ ਰਿਹਾ ਹੈ। ਜਿੰਨੀਆਂ ਵੀ ਵਾਇਲੇਸ਼ਨਸ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਉਹ ਇਹ ਸਾਰੀਆਂ ਉੱਥੇ ਕਰ ਰਹੇ ਸੀ। ਇੱਕ ਤੁਸੀਂ ਡੀਸਿਲਟਿੰਗ ਦੀ ਗੱਲ ਕੀਤੀ ਹੈ, ਸਾਡੇ ਦਰਸ਼ਕਾਂ ਨੂੰ ਦੱਸੋ ਡੀਸਿਲਟਿੰਗ ਕੀ ਹੁੰਦੀ ਹੈ? ਡੀਸਿਲਟਿੰਗ ਦੇ ਆੜ ਤੇ ਕਿਸ ਤਰ੍ਹਾਂ ਮਾਈਨਿੰਗ ਹੋ ਰਹੀ ਹੈ? ਗੱਲ ਹੈ ਜੀ ਇਹ ਬਹੁਤ ਇੱਕ ਲੰਬਾ ਇਸ਼ੂ ਹੈ। ਪੰਜਾਬ ਸਰਕਾਰ ਨੇ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਥੇ, ਕੋਵਿਡ ਦੀ ਆੜ ਲੈ ਕੇ ਇਹਨਾਂ ਨੇ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਬਦਲ ਦਿੱਤਾ। ਮਾਈਨਿੰਗ ਨੂੰ ਇਹਨਾਂ ਨੇ ਐਲੀਮੀਨੇਟ ਕਰਤਾ, ਉਹਦੀ ਜਗ੍ਹਾ ਡੀਸਿਲਟਿੰਗ ਹੁੰਦੀ ਗਾਦ ਕੱਢੀ। ਸੋ ਗਾਦ ਜਿਹੜੀ ਹੈ ਜੀ ਖੂਹਾਂ ਚੋਂ ਕੱਢੀ ਜਾਂਦੀ ਜਾਂ ਛੋਟੇ ਛੋਟੇ ਨਦੀਆਂ ਨਾਲਿਆਂ ਚੋਂ ਕੱਢੀ ਜਾਂਦੀ, ਨਾ ਕਿ ਦਰਿਆਵਾਂ ਚੋਂ ਕੱਢੀ ਜਾਂਦੀ। ਉਹ ਇੱਕ ਉਹ ਟਰਮ ਇਹਨਾਂ ਨੇ ਐਸੀ ਇਸਤੇਮਾਲ ਕਰ ਰਹੇ ਨੇ ਔਰ ਉਸ ਆੜ ਦੇ ਵਿੱਚ ਕੈਬਨਿਟ 'ਚ ਡਿਸੀਜਨ ਕਰ ਲਿਆ, ਸ਼ਬਦਾਂ ਦਾ ਫੇਰ ਬਦਲ ਕੈਬਨਿਟ 'ਚ ਡਿਸੀਜਨ ਕਰ ਲਿਆ ਭਾਈ ਜੀ ਕੋਵਿਡ ਦੇ ਵਿੱਚ ਐਮਰਜੈਂਸੀ ਸਿਚੁਏਸ਼ਨ ਹੈ, ਨਾ ਉਹਦੇ 'ਚ ਟੈਂਡਰਿੰਗ ਕਰਨੀ, ਨਾ ਉਸ ਦੇ ਵਿੱਚ ਹੋਰ ਪ੍ਰੋਸੈਸ ਫਾਲੋ ਕਰਨਾ। ਚੀਫ ਇੰਜੀਨੀਅਰ ਨੂੰ ਸਾਰੇ ਅਧਿਕਾਰ ਦੇ ਦਿੱਤੇ ਵੀ ਕਿਸੇ ਵੀ ਸਾਈਟ ਨੂੰ ਉਹ ਡੀਸਿਲਟਿੰਗ ਸਾਈਟ ਡਿਕਲੇਅਰ ਕਰ ਦੇ, ਕਿਸੇ ਵੀ ਬੰਦੇ ਨੂੰ ਉਹ ਠੇਕਾ ਪਟਾਈ ਦਾ ਦੇ ਦੇਣ, ਕਿਸੇ ਵੀ ਰੇਟ ਤੇ ਦੇ ਦੇਣ ਤੈਅ ਕਰਕੇ ਮਿਊਚੁਅਲ ਐਗਰੀਮੈਂਟ। ਉਹਨੂੰ ਅਸੀਂ ਹਾਈ ਕੋਰਟ 'ਚ ਚੈਲੰਜ ਵੀ ਕੀਤਾ ਹੋਇਆ, ਪਰ ਸਰਕਾਰ ਆਪਣੇ ਦਮਖਮ ਤੇ ਔਰ ਠੇਕੇਦਾਰਾਂ ਦੇ ਪੈਸੇ ਤੇ ਇਹ ਉਸ ਕੇਸ ਨੂੰ ਜਿਹਨੂੰ ਕਹਿੰਦੇ ਵੀ ਇੱਧਰ ਉੱਧਰ ਕਰੀ ਜਾ ਰਿਹਾ। ਸੋ ਅਸੀਂ ਤਾਂ ਲੜਾਈ ਫੀਲਡ 'ਚ ਵੀ ਲੜ ਰਹੇ ਹਾਂ, ਹਾਈ ਕੋਰਟ 'ਚ ਵੀ ਲੜ ਰਹੇ ਹਾਂ ਇਹ ਡੀਸਿਲਟਿੰਗ ਦੇ ਖਿਲਾਫ। ਤੇ ਤੁਸੀਂ ਆਵਾਜ਼ ਕਾਫੀ ਲੰਬੇ ਸਮੇਂ ਤੋਂ ਉਠਾ ਰਹੇ ਹੋ, ਡੀਸਿਲਟਿੰਗ ਦੇ ਨਾਂ ਤੇ ਵੀ ਹੋ ਰਹੀ ਹੈ। ਪਹਿਲਾਂ ਸਰਕਾਰ ਸੀਗੀ ਕਾਂਗਰਸ ਦੀ, ਉਸਨੇ ਡੀਸਿਲਟਿੰਗ ਦੇ ਨਾਮ ਤੇ ਕੀਤਾ। ਮੌਜੂਦਾ ਜਿਹੜੇ ਸਰਕਾਰ ਹੈ ਉਹ ਕਹਿ ਰਹੀ ਸੀ ਕਿ ਡੀਸਿਲਟਿੰਗ ਗਲਤ ਹੈ। ਹੁਣ ਉਹੀ ਸਰਕਾਰ ਸੇਮ ਉਹੀ ਰੂਲਸ ਉਹੀ ਸਭ ਕੁਝ ਨੋਰਮਸ ਕਰਕੇ ਮਾਈਨਿੰਗ ਕਰ ਰਹੀ ਹੈ। ਹੁਣ ਠੀਕ ਹੈ ਜੀ, ਮਾਈਨਿੰਗ ਬਿਲਕੁਲ ਉਹੀ ਕਰ ਰਹੀ ਹੈ ਜੀ। ਰਾਦਰ ਜੋ ਉਹਨਾਂ ਤੇ ਕਸਰ ਰਹਿ ਗਈ ਸੀ ਉਹਨੂੰ ਲਾਗੂ ਕਰਨ ਦੇ ਵਿੱਚ, ਇੰਪਲੀਮੈਂਟ ਕਰਨ ਦੇ ਵਿੱਚ ਉਹ ਪੂਰਾ ਕਰ ਰਹੀ ਹੈ। ਇਹ ਬਦਲਾਅ ਹੈ ਜੀ, ਕਿਉਂਕਿ ਉਹ ਕਹਿੰਦੇ ਵੀ ਜਿਹੜੀ ਕਾਂਗਰਸ ਤੋਂ ਕਸਰ ਰਹਿ ਗਈ ਸੀ, ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਇਹ ਸਾਰੀ ਉਸੇ ਤਰ੍ਹਾਂ ਔਰ ਉਸ ਨੂੰ ਜ਼ਿਆਦਾ ਬੁਰੇ ਤਰੀਕੇ ਨਾਲ ਲਾਗੂ ਕਰ ਰਹੀ ਹੈ। ਬਿਲਕੁਲ ਸਹੀ ਗੱਲ ਹੈ। ਮਾਈਨਿੰਗ ਮੰਤਰੀ ਵੀ ਤੁਹਾਡੇ ਹੀ ਇਲਾਕੇ ਦੇ ਨੇ, ਪਹਿਲੀ ਵਾਰ ਬਣਿਆ ਹੈ। ਮਾਈਨਿੰਗ ਦਾ ਰੋਲ ਅੱਜ ਦਾ ਨਹੀਂ 10 ਸਾਲ ਦਾ ਹੈ, ਪਰ ਮੰਤਰੀ ਸਾਹਿਬ ਪਹਿਲੀ ਵਾਰ ਮਿਲੇ ਨੇ। ਇਸ ਸੰਬੰਧ ਦੇ ਵਿੱਚ ਉਹਨਾਂ ਨਾਲ ਕਦੇ ਗੱਲਬਾਤ ਹੋਈ ਹੈ ਜੀ? ਕਿਉਂਕਿ ਵੋਟਾਂ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮਾਈਨਿੰਗ ਬੰਦ ਕੀਤੀ ਜਾਊਗੀ। ਹੁਣ ਉਹਨਾਂ ਦਾ ਕੋਈ ਵੀ ਪ੍ਰਤੀਕਿਰਿਆ ਇਸ ਉੱਤੇ ਨਹੀਂ ਆ ਰਹੀ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ? ਸਾਡੀ ਇੱਕ ਵਾਰੀ ਹੋਈ ਸੀ ਜੀ, ਅਸੀਂ 25-30 ਜਣੇ ਇਲਾਕਾ ਸੰਘਰਸ਼ ਕਮੇਟੀ ਦੇ ਇਕੱਠੇ ਹੋ ਕੇ ਮੰਤਰੀ ਜੀ ਕੋਲ ਗਏ ਸੀਗੇ, ਉਹਨਾਂ ਦੇ ਪਿੰਡ ਉੱਥੇ ਗੰਭੀਰਪੁਰ ਆਏ ਹੋਏ ਸੀਗੇ। ਉਸ ਵੇਲੇ ਵੀ ਸਾਡੀ ਇੱਕ ਗੱਲ ਸੀ ਜੀ ਕਿ ਅਸੀਂ ਲੀਗਲ ਮਾਈਨਿੰਗ ਦੇ ਖਿਲਾਫ ਨਹੀਂ ਹੈਗੇ, ਅਸੀਂ ਡਿਵੈਲਪਮੈਂਟ ਦੇ ਖਿਲਾਫ ਨਹੀਂ ਹੈਗੇ। ਤੁਸੀਂ ਸਹੀ ਕੰਮ ਕਰੋ, ਸਹੀ ਮਾਈਨਿੰਗ ਕਰੋ, ਲੋਕਾਂ ਨੂੰ ਵਾਜਬ ਰੇਟ ਤੇ ਉਚਿਤ ਦਰ ਤੇ ਮਟੀਰੀਅਲ ਵੀ ਚਾਹੀਦਾ। ਡਿਵੈਲਪਮੈਂਟ ਵਾਸਤੇ ਰੇਤ ਔਰ ਬਜਰੀ ਇੱਕ ਜ਼ਰੂਰੀ ਹਿੱਸਾ ਹੈ, ਉਹ ਚਾਹੀਦੀ ਹੈ। ਪਰ ਕਿਆ ਸਾਡੇ ਇਲਾਕੇ ਨੇ ਸਾਰੇ ਪੰਜਾਬ ਦਾ ਠੇਕਾ ਲੈ ਲਿਆ? ਇਸ ਛੋਟਾ ਜਿਹਾ ਜਿਹੜਾ ਸਾਡਾ ਏਰੀਆ ਹੈ ਇਸ ਦੇ ਵਿੱਚ ਇਹ ਵੀ ਤਾਂ ਦੇਖੋ ਇਹਦੀ ਕਪੈਸਿਟੀ ਕਿੰਨੀ ਹੈ।
ਹੁਣ ਤੁਸੀਂ ਜਿੱਥੇ 100 ਏਕੜ ਦੇ ਵਿੱਚ 100 ਮੱਝ ਚੁਰ ਸਕਦੀ ਜੇ ਉੱਥੇ 2000 ਬਾੜ ਦੋਗੇ ਤਾਂ ਫਿਰ ਕੀ ਹੋਊਗਾ? ਤਬਾਹੀ ਹੋਊਗੀ ਉੱਥੇ। ਇਹੀ ਹਾਲ ਇੱਥੇ ਹੋ ਰਿਹਾ। ਕੀ ਆਸ਼ਵਾਸਨ ਦਿੱਤਾ ਗਿਆ? ਉਹ ਕਹਿੰਦੇ ਸੀ ਅਸੀਂ ਜਾਇਜ਼ ਮਾਈਨਿੰਗ ਕਰਾਂਗੇ, ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਕਰਾਂਗੇ। ਪਰ ਉਸ ਤੋਂ ਬਾਅਦ ਇਹ ਗੱਲ ਤਕਰੀਬਨ ਮਹੀਨਾ ਡੇਢ ਮਹੀਨਾ ਸਵਾ ਮਹੀਨਾ ਪਹਿਲਾਂ ਦੀ ਹੈ, ਜਦੋਂ ਮੰਤਰੀ ਬਣੇ ਸੀਗੇ ਉਦੋਂ ਦੀ ਹੈ। ਹੁਣ ਅਸੀਂ ਕੋਸ਼ਿਸ਼, ਮੈਂ ਨਹੀਂ, ਮੇਰੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ, ਤੇ ਜਿਨ੍ਹਾਂ ਕੋਲ ਹੈ ਜਾਂ ਜਿਨ੍ਹਾਂ ਨਾਲ ਉਹਨਾਂ ਦਾ ਸੰਪਰਕ ਹੈ ਉਹ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਨ ਦੀ। ਉਹਨਾਂ ਦੀ ਹਾਲੇ ਤੱਕ ਇਸ ਵਿਸ਼ੇ ਤੇ ਗੱਲ ਨਹੀਂ, ਅੱਜ ਤੱਕ ਨਹੀਂ ਹੋਈ। ਅੱਜ ਇਕੱਠ ਵੀ ਕੀਤਾ ਗਿਆ, ਮਸ਼ਵਰਾ ਵੀ ਕੀਤਾ ਗਿਆ, ਇੱਕ ਮੰਗ ਪੱਤਰ ਦਿੱਤਾ ਜਾਏਗਾ ਜੀ, ਉਹਦੇ ਬਾਰੇ ਵੀ ਜਾਣਕਾਰੀ ਦਿਓ। ਗੱਲ ਇਹ ਹੈ ਜੀ, ਮੰਗ ਪੱਤਰ ਤਾਂ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੰਤਰੀ ਜੀ ਟਾਈਮ ਦੇ ਦੇਣ, ਉਹਨਾਂ ਦੇ ਨੋਟਿਸ ਤੇ ਚੀਜ਼ ਲਿਆਈਏ ਤਾਂ ਕਿ ਜਿਹੜੀ ਹੈ ਸਾਡੀ ਥੋੜੀ ਮੁਸ਼ੱਕਤ ਘਟ ਜਾਵੇ। ਜੇ ਨਹੀਂ ਹੈ ਤਾਂ ਅਸੀਂ ਪਰਸੋਂ ਨੂੰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ। ਐਸਡੀਐਮ ਸਾਹਿਬ ਨਹੀਂ ਸੁਣਨਗੇ ਜਾਂ ਸਾਨੂੰ ਲੱਗੇਗਾ ਵੀ ਇਹ ਸਾਨੂੰ ਸਿਰਫ ਟਾਲਿਆ ਜਾ ਰਿਹਾ, ਫਿਰ ਅਸੀਂ ਨਵਾਂ ਸੰਘਰਸ਼ ਵਿੱਢਾਂਗੇ ਜੀ। ਕਦੇ ਇਦਾਂ ਹੋ ਸਕਦਾ ਤੁਸੀਂ ਕਹਿੰਦੇ ਅਸੀਂ ਮੰਤਰੀ ਸਾਹਿਬ ਨੂੰ ਦੱਸਾਂਗੇ ਤੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਗਤੀਵਿਧੀਆਂ ਹੋਵੇ, ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਨਾ ਪਤਾ ਹੋਵੇ, ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਨਹੀਂ, ਮੈਂ ਨਹੀਂ ਮੰਨਦਾ ਜੀ। ਸਰਕਾਰ ਨੂੰ ਤਾਂ, ਜਿਹੜੀ ਸਰਕਾਰ ਦਾ CID ਡਿਪਾਰਟਮੈਂਟ ਹੈ, ਵਿਜੀਲੈਂਸ ਡਿਪਾਰਟਮੈਂਟ ਹੈ, ਸਰਕਾਰ ਦਾ PRO ਹੈ, ਸਰਕਾਰ ਦੇ ਆਪਣੇ ਸੂਤਰ ਨੇ, ਤੇ ਕੀ ਉਹਨਾਂ ਨੂੰ ਨਹੀਂ ਪਤਾ ਹੋਵੇ? ਪਰ ਸਰਕਾਰ ਕਈ ਵਾਰੀ ਕਨਵੀਨੀਐਂਟਲੀ ਇਗਨੋਰ ਕਰ ਦਿੰਦੀ ਹੈ। ਤੁਸੀਂ ਪ੍ਰੀਟੈਂਡ ਕਰੋ ਵੀ ਸਾਨੂੰ ਪਤਾ ਨਹੀਂ। ਤੁਹਾਨੂੰ ਲੱਗਦਾ ਹੈ, ਆਸ ਹੈ ਕਿ ਮੁਲਾਕਾਤ ਹੋਏਗੀ ਮੰਤਰੀ ਸਾਹਿਬ ਨਾਲ, ਮੰਗ ਪੱਤਰ ਦਓਗੇ ਤੇ ਉਸ ਤੋਂ ਬਾਅਦ ਮਾਈਨਿੰਗ ਹੈ ਜਿਹੜੀ ਗੈਰ ਕਾਨੂੰਨੀ ਬੰਦ ਹੋ ਜਾਊਗੀ? ਦੇਖੋ ਜੀ, ਜਦੋਂ ਸੰਘਰਸ਼ ਤੁਸੀਂ ਕਰਦੇ ਹੋ ਤੁਸੀਂ ਕਦੇ ਵੀ ਆਸ ਦਾ ਦਾਮਨ ਨਹੀਂ ਛੱਡਦੇ। ਸਾਨੂੰ ਆਸ ਹੈ ਕਿ ਵੀ ਸਰਦਾਰ ਹਰਜੋਤ ਸਿੰਘ ਬੈਂਸ ਨੌਜਵਾਨ ਨੇ, ਕੰਮ ਕਰਨ ਦਾ ਜਜ਼ਬਾ ਹੈ। ਅਸੀਂ ਜਦੋਂ ਸਮਝਾਵਾਂਗੇ ਸਹੀ ਗੱਲ ਉਹ ਵੀ ਸਮਝਣਗੇ ਤੇ ਉਹਦਾ ਐਕਸ਼ਨ ਲੈਣਗੇ। ਨਹੀਂ ਲੈਣਗੇ ਤੇ ਫਿਰ ਸਾਡੇ ਕੋਲ ਸੰਘਰਸ਼ ਦੇ ਰਾਹ ਖੁੱਲ੍ਹੇ ਨੇ। ਕਿੰਨਾ ਲੰਬਾ ਸੰਘਰਸ਼ ਜਾਏਗਾ ਜੀ ਤੁਹਾਡਾ? ਇਹ ਕਿਆ ਕਹਿ ਸਕਦੇ ਹਾਂ ਜੀ, ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਜੀ। ਹੁਣ ਸਰਕਾਰ ਸੰਘਰਸ਼ ਕਰਨ ਦੇਗੀ, ਠੀਕ ਹੈ, ਜਾਂ ਸੰਘਰਸ਼ ਸਰਕਾਰ ਰੋਕ ਵੀ ਸਕਦੀ ਹੈ। ਸਰਕਾਰ ਦੇ ਸਾਧਨ ਅਸੀਮਿਤ ਹੈ, ਤੇ ਅਸੀਂ ਕਿਆ ਕਹਿ ਸਕਦੇ ਹਾਂ ਇਹਦੇ ਬਾਰੇ।